ਫਿਲੌਰ ਦਾ ਸਰਕਾਰੀ ਹਸਪਤਾਲ ਅੱਜ ਕੱਲ੍ਹ ਆਏ ਦਿਨ ਕਿਸੇ ਨਾ ਕਿਸੇ ਘਟਨਾ ਕਰਕੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ 2 ਦਿਨ ਪਹਿਲਾਂ ਦੀ ਹੀ ਗੱਲ ਹੈ ਕਿ ਇੱਥੇ ਕੁਝ ਹਮਲਾਵਰਾਂ ਵੱਲੋਂ ਹਸਪਤਾਲ ਦੇ ਅੰਦਰ ਵੜ ਕੇ ਕਾਫੀ ਹੜਕੰਪ ਮਚਾਇਆ ਅਤੇ ਭੰਨ ਤੋੜ ਕੀਤੀ ਗਈ ਸੀ। ਐਸਐਮਓ ਫਿਲੌਰ ਨੇ ਦੱਸਿਆ ਹੈ ਕਿ ਬੀਤੀ ਰਾਤ ਕੁਝ ਚੋਰਾਂ ਵੱਲੋਂ ਹਸਪਤਾਲ ਵਿੱਚ ਬਣੇ ਓਟੀਪੀ ਸੈਂਟਰ ਤੇ ਲੱਗੇ 에ਅਰ ਕੰਡੀਸ਼ਨ ਨੂੰ ਚੋਰੀ ਕਰ ਲਿਆ ਗਿਆ। ਘਟਨਾਕ੍ਰਮ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਸਵੇਰ ਵੇਲੇ ਜਦੋਂ ਸਟਾਫ ਆਪਣੀ ਹਾਜ਼ਰੀ ਲਗਾ ਕੇ ਓਟੀਪੀ ਸੈਂਟਰ ਪਹੁੰਚਿਆ ਅਤੇ ਏਸੀ ਆਨ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਏਸੀ ਨਹੀਂ ਚੱਲ ਰਿਹਾ। ਤਾਂ ਉਹਨਾਂ ਨੇ ਏਸੀ ਮਕੈਨਿਕ ਨੂੰ ਬੁਲਾਇਆ ਤਾਂ ਦੇਖਣ ਤੇ ਪਤਾ ਚੱਲਿਆ ਕਿ ਏਸੀ ਆਪਣੀ ਜਗ੍ਹਾ ਤੋਂ ਗਾਇਬ ਸੀ। ਓਟੀਪੀ ਸਟਾਫ ਵੱਲੋਂ ਇਸ ਦੀ ਲਿਖਤ ਸ਼ਿਕਾਇਤ ਐਸਐਮਓ ਨੂੰ ਦਿੱਤੀ ਗਈ, ਜਿਨ੍ਹਾਂ ਨੇ ਇਸ ਦੀ ਇਤਲਾਹ ਥਾਣਾ ਫਿਲੌਰ ਅਤੇ ਡੀਐਸਪੀ ਨੂੰ ਦੇ ਦਿੱਤੀ। ਐਸਐਮਓ ਸਾਹਿਬ ਨੇ ਦੱਸਿਆ ਹੈ ਕਿ ਸਾਡੇ ਹਸਪਤਾਲ ਵਿੱਚ ਬਹੁਤ ਮਾੜੇ ਹਾਲ ਹਨ। ਆਏ ਦਿਨ ਕੋਈ ਨਾ ਕੋਈ ਚੋਰੀ ਦੀ ਘਟਨਾ ਵਾਪਰਦੀ ਰਹਿੰਦੀ ਹੈ। ਇੱਕ ਹਫ਼ਤਾ ਪਹਿਲਾਂ ਜਨਰੇਟਰ ਦੀ ਬੈਟਰੀ ਚੋਰੀ ਕਰ ਲਈ ਗਈ ਸੀ, ਤਾਂ ਜਦੋਂ ਹੋਰ ਬੈਟਰੀ ਲਗਾਈ ਗਈ ਤਾਂ ਅਗਲੇ ਦਿਨ ਹੀ ਉਹ ਵੀ ਚੋਰੀ ਹੋ ਗਈ। ਹਸਪਤਾਲ ਦਾ ਕੰਮ ਜਨਰੇਟਰ ਤੋਂ ਬਗੈਰ ਚੱਲ ਹੀ ਨਹੀਂ ਸਕਦਾ। ਉਹਨਾਂ ਨੇ ਆਪਣੀ ਮਜਬੂਰੀ ਦੱਸਦੇ ਹੋਏ ਇਹ ਵੀ ਕਿਹਾ ਕਿ ਅਸੀਂ ਬਾਰ-ਬਾਰ ਇਹ ਸਮਾਨ ਕਿੱਥੋਂ ਪੂਰਾ ਕਰੀਏ। ਐਸਐਮਓ ਫਿਲੌਰ ਨੇ ਦੱਸਿਆ ਕਿ ਪਿਛਲੇ 1-2 ਮਹੀਨੇ ਵਿੱਚ ਲਗਭਗ 1 ਲੱਖ ਰੁਪਏ ਦਾ ਸਮਾਨ ਚੋਰੀ ਹੋ ਚੁੱਕਾ ਹੈ, ਜਿਸ ਦੀ ਸੂਚਨਾ ਅਸੀਂ ਫਿਲੌਰ ਥਾਣਾ ਨੂੰ ਦੇ ਚੁੱਕੇ ਹਾਂ, ਪਰ ਪੁਲਿਸ ਵੱਲੋਂ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਹੈ ਕਿ ਬੀਤੇ 3 ਦਿਨ ਪਹਿਲਾਂ ਹਸਪਤਾਲ ਵਿੱਚ ਕੋਈ ਭੰਨ ਤੋੜ ਦੀ ਘਟਨਾ ਕਰਕੇ ਸਾਡੇ ਸਟਾਫ ਦੇ ਵਿੱਚ ਬਹੁਤ ਦਿਮਾਗੀ ਪਰੇਸ਼ਾਨੀ ਪਾਈ ਜਾ ਰਹੀ ਹੈ। ਸਿਵਲ ਹਸਪਤਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ। ਮੈਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਸਭ ਲਿਆ ਦਿੱਤਾ ਹੈ, ਪਰ ਇਸ ਸੰਬੰਧੀ ਐਸਐਚਓ ਸੰਜੀਵ ਕਪੂਰ ਨੇ ਕਿਹਾ ਕਿ ਇਸ ਸੰਬੰਧੀ ਮੇਰੇ ਪਾਸ ਕੋਈ ਲਿਖਤ ਸ਼ਿਕਾਇਤ ਨਹੀਂ ਆਈ ਤੇ ਸ਼ਿਕਾਇਤ ਆਉਣ ਤੇ ਕਾਰਵਾਈ ਕੀਤੀ ਜਾਵੇਗੀ। ਫਿਲੌਰ ਤੋਂ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ। ਅਸੀਂ 2-3 ਮਹੀਨੇ ਹੋਏ ਨਵਾਂ ਏਸੀ ਲਵਾਏ ਨੂੰ ਤੇ ਕਾਫੀ ਮੁਸ਼ਕਲਾਂ ਦੇ ਨਾਲ ਏਸੀ ਲੱਗਿਆ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਏਸੀ ਵਗੈਰਾ ਜਲਦੀ ਨਹੀਂ ਲੱਗਦੇ ਹੈਗੇ। ਤੇ ਪਰ ਕੱਲ ਏਸੀ ਚੱਲ ਰਿਹਾ ਸੀਗਾ ਜਦੋਂ ਅਸੀਂ ਗਏ ਹੈਗੇ ਆ, ਪਰ ਅੱਜ ਮਾਰਨਿੰਗ 'ਚ ਜਦੋਂ ਅਸੀਂ ਸਵੇਰੇ ਆਏ ਤਾਂ ਏਸੀ ਚੱਲ ਨਹੀਂ ਸੀ ਰਿਹਾ। ਅਸੀਂ ਏਸੀ ਵਾਲੇ ਮੁੰਡੇ ਨੂੰ ਬੁਲਾਇਆ ਕਿ ਉਹ ਦੇਖ ਲਵੇ ਕਿ ਕੀ ਪ੍ਰੋਬਲਮ ਹੈਗੀ ਆ, ਪਰ ਉਹਨੇ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਅਸੀਂ ਦੇਖੇ ਕਿ ਉੱਪਰ ਪੱਖਾ ਜਿਹੜਾ ਏਸੀ ਦਾ ਹੁੰਦਾ ਉਹ ਗਾਇਬ ਸੀਗਾ। ਤੇ ਸ਼ਾਇਦ ਹੋ ਸਕਦਾ ਕਿ ਤੁਸੀਂ ਇੰਚਾਰਜ ਹੋ ਹਾਂਜੀ ਓਐਸਟੀ ਸੈਂਟਰ ਦੇ, ਇਹਦੀ ਕੋਈ ਕੰਪਲੇਂਟ ਫਿਰ ਤੁਸੀਂ? ਹਾਂਜੀ ਕੰਪਲੇਂਟ ਦਿੱਤੀ ਹੈਗੀ ਆ, ਐਸਐਮਓ ਸਾਹਿਬ ਨੂੰ ਕੰਪਲੇਂਟ ਲਿਖੀ ਹੈਗੀ, ਰਿਟਨ ਕੰਪਲੇਂਟ ਕੀਤੀ ਹੈਗੀ ਆ। ਤੇ ਅਸੀਂ ਆਪਣੇ ਉੱਪਰ ਜਿਹੜੇ ਚੰਡੀਗੜ੍ਹ ਜਿਹੜਾ ਸਾਡਾ ਸਟਾਫ ਹੈਗਾ, ਸਾਡਾ ਸੀਨੀਅਰ ਸਟਾਫ, ਉਹਨਾਂ ਨੂੰ ਵੀ ਅਸੀਂ ਕੰਪਲੇਂਟ ਪਾਈ ਹੈਗੀ ਆ। ਅੱਗੇ ਵੀ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਇੱਥੇ? ਨਹੀਂ, ਇਸ ਤਰ੍ਹਾਂ ਦਾ ਇੰਸੀਡੈਂਟ ਹਸਪੀਟਲ ਦੇ ਵਿੱਚ ਹੋਇਆ, ਪਰ ਓਐਸਟੀ ਸੈਂਟਰ ਦੇ ਵਿੱਚ ਤਾਂ ਨਹੀਂ ਹੋਇਆ ਹੈਗਾ। ਹਸਪੀਟਲ ਦੇ ਵਿੱਚ ਜ਼ਰੂਰ ਇੰਸੀਡੈਂਟ ਹੋਇਆ। ਥੋੜ੍ਹੇ ਦਿਨ ਪਹਿਲਾਂ ਹੀ ਜਿਹੜੇ ਜਨਰੇਟਰ ਦੀ ਬੈਟਰੀ ਸ਼ਾਇਦ ਚੋਰੀ ਹੋਈ ਆ, 2 ਵਾਰੀ ਹੋਈ ਆ ਉਹ ਵੀ। ਸ਼ਰਮਾ ਜੀ, ਸਾਡੇ ਹਸਪੀਟਲ ਦੇ ਵਿੱਚ ਅੱਜ ਸਵੇਰ ਜਿੱਦਾਂ ਓਐਸਟੀ ਇੱਧਰ ਇੱਕ ਨਸ਼ਾ ਛੁਡਾਊ ਕੇਂਦਰ ਹੈ ਹਸਪੀਟਲ ਦੀ ਨੀਅਰਲੀ ਬੈਕ ਸਾਈਡ ਤੇ ਉੱਥੇ ਜਦੋਂ ਮਾਰਨਿੰਗ ਸਟਾਫ ਆਪਣਾ ਡਿਊਟੀ ਤੇ ਆਇਆ ਤੇ ਉਹਨਾਂ ਨੇ ਆਪਦਾ ਜਦੋਂ ਏਸੀ ਉਸੀ ਔਨ ਕੀਤਾ ਹੋਣਾ, ਉਸ ਤੋਂ ਅਟੈਂਡੈਂਸ ਲਗਾ ਕੇ ਮੇਰੇ ਕੋਲੋਂ ਚਲੇ ਗਏ। ਬਾਅਦ 'ਚ ਜਦੋਂ ਉਹਨਾਂ ਨੇ ਆਪਣੇ ਰੂਮ 'ਚ ਜਾ ਕੇ ਏਸੀ ਚਲਾਉਣ ਦੀ ਕੋਸ਼ਿਸ਼ ਕੀਤੀ, ਦੇ ਮਸਟ ਹੈਵ ਨੋਟਿਸਡ ਕਿ ਕੂਲਿੰਗ ਨਹੀਂ ਹੋ ਰਹੀ। ਤਾਂ ਜਦੋਂ ਉਹਨਾਂ ਨੇ ਆਪਣਾ ਇਲੈਕਟ੍ਰੀਸ਼ੀਅਨ ਬੁਲਾਇਆ ਤੇ ਉਹ ਚੈੱਕ ਕਰਨ ਲੱਗਾ ਤਾਂ ਉਹਨੇ ਦੱਸਿਆ ਵੀ ਬਾਹਰੋਂ ਤੁਹਾਡਾ ਏਸੀ ਹੀ ਪੱਟ ਕੇ ਲੈ ਗਿਆ ਕੋਈ। ਤੇ ਵਿੰਡੋ ਏਸੀ ਸੀਗਾ, ਹਲੇ ਮੇਰਾ ਖਿਆਲ ਇਹਨਾਂ ਨੇ 1.5 ਮਹੀਨੇ ਪਹਿਲਾਂ ਹੀ ਲਗਵਾਇਆ 48,000 ਦਾ। ਤੇ ਜਸਟ ਬਿਕੋਜ਼ ਕਿ ਸਿਕਿਉਰਿਟੀ ਨਹੀਂ ਹੈ ਜਾਂ ਰਾਤ ਨੂੰ ਅਸੀਂ ਕੁਝ ਦੇਖ ਨਹੀਂ ਪਾਏ ਕਿਉਂਕਿ ਬੈਕ ਸਾਈਡ ਤੇ ਕੋਈ ਕੈਮਰਾ ਨਹੀਂ ਹੈ, ਬਟ ਦੈਟ ਥਿੰਗ ਹੈਜ਼ ਬੀਨ ਸਟੋਲਨ। ਤੇ ਇਹ ਹਸਪੀਟਲ ਦੇ ਵਿੱਚ ਪਹਿਲਾ ਐਪੀਸੋਡ ਨਹੀਂ ਹੈ। ਨੀਅਰਲੀ 1-1.5 ਮਹੀਨੇ ਦੇ ਵਿੱਚ ਇਹ ਹਸਪੀਟਲ 'ਚ ਚੌਥੀ ਚੋਰੀ ਹੈ। ਪਹਿਲਾਂ ਸਾਡੇ ਜਨਰੇਟਰ ਦੀ ਇੱਕ ਬੈਟਰੀ ਚੋਰੀ ਹੋਈ ਤਾਂ ਉਹ ਮੈਂ ਪੁਲਿਸ ਨੂੰ ਉਹਦੀ ਵੀ ਰਿਟਨ ਕੰਪਲੇਂਟ ਕੀਤੀ। ਹਲੇ ਮੈਂ ਉਹ ਵਾਲੀ ਬੈਟਰੀ ਦਾ ਤਾਂ ਹਲੇ ਕੁਝ ਹੋਇਆ ਨਹੀਂ ਸੀ। ਅਸੀਂ ਇੱਕ ਉਧਾਰ ਲੈ ਕੇ ਇੱਕ ਬੈਟਰੀ ਹੋਰ ਰਖਾਈ, ਉਹਦੀ ਹਲੇ ਪੇਮੈਂਟ ਮੇਰੇ ਸਿਰ ਤੇ ਪਈ ਹੈ। ਤੇ ਉਹ ਬੈਟਰੀ ਮੈਂ ਰਖਾਈ ਤੇ ਅਗਲੇ ਦਿਨ ਸਵੇਰ ਉਹ ਬੈਟਰੀ ਵੀ ਚੋਰੀ ਹੋ ਗਈ। ਫਿਰ ਮੈਨੂੰ ਸਪੈਸ਼ਲੀ ਇਹ ਐਫਰਟ, ਕਿਉਂਕਿ ਸਾਡੇ ਕੈਮਰੇ ਪਿੱਛੇ ਹੈਗੇ ਸੀ ਬਟ ਦੇ ਕੁਡ ਨਾਟ ਕਵਰ ਇਟ ਬਿਕੋਜ਼ ਆਫ ਦਾ ਡੈਂਸ ਫੋਰੈਸਟ। ਇੱਥੇ ਬਹੁਤ ਘਨੇ ਪੇੜ ਸੀਗੇ
ਤਾਂ ਫਿਰ ਉਹ ਫਾਈਨਲੀ ਮੈਨੂੰ ਪੇੜਾਂ ਦੀ ਛਾਂਟੀ ਕਰਾਉਣੀ ਪਈ ਤਾਂ ਕਿ ਜਨਰੇਟਰ ਜੋ ਹੈ ਉਹ ਵਿਜ਼ੀਬਲ ਹੋਵੇ ਤੇ ਰਿਕਾਰਡਿੰਗ ਸਹੀ ਹੋ ਜਾਏ। ਲੇਕਿਨ ਉਸ ਤੋਂ ਬਾਅਦ ਮੈਂ ਹਲੇ ਤੱਕ ਕੋਈ ਨਵੀਂ ਬੈਟਰੀ ਨਹੀਂ ਰਖਵਾਈ ਹੈ, ਕਿਉਂਕਿ ਮੇਰੇ ਹਸਪੀਟਲ 'ਚ ਨਾ ਤਾਂ ਇੰਨਾ ਬਜਟ ਹੈ ਵੀ ਮੈਂ ਰੋਜ਼ ਇੱਕ 10,000 ਦੀ ਬੈਟਰੀ ਰਖਾਵਾਂ ਤੇ ਰੋਜ਼ ਕੋਈ ਚੋਰੀ ਹੋ ਜਾਏ, ਕਿਉਂਕਿ ਗਾਰੰਟੀ ਕੋਈ ਹੈ ਨਹੀਂ। ਆਈ ਡੋਂਟ ਹੈਵ ਐਨੀ ਸਿਕਿਉਰਿਟੀ, ਨਾ ਮੈਨੂੰ ਮੇਰੇ ਵਿਭਾਗ ਵੱਲੋਂ ਕੋਈ ਸਿਕਿਉਰਿਟੀ ਮਿਲੀ ਹੈ, ਨਾ ਮੈਨੂੰ ਪੁਲਿਸ ਵੱਲੋਂ ਕੋਈ। ਕੱਲ੍ਹ ਪਰਸੋਂ ਵੀ ਇੱਕ ਹਮਲਾ ਹੋ ਰਿਹਾ ਸੀ ਸਿਵਲ ਹਸਪੀਟਲ 'ਚ, ਕਾਫੀ ਭੰਨਤੋੜ ਕੀਤੀ ਗਈ। ਹਾਂ, ਇਹ ਹੋਈ ਹੈ ਸੰਡੇ ਸ਼ਾਮ ਦੀ ਗੱਲ ਹੈ। ਸੰਡੇ ਸ਼ਾਮ ਦੁਪਹਿਰੇ ਕੋਈ ਪਰਚਾ ਕੱਟਿਆ ਗਿਆ ਸੀ ਤੇ ਹੁਣ ਇਹ ਸਿਰਫ ਗੈਸ ਵਰਕ ਹੈ ਕਿ ਜਿਹੜਾ ਉਹ ਪਰਚਾ ਕੱਟਿਆ ਸੀ ਉਸ ਬੰਦੇ ਦੇ ਸ਼ਾਇਦ ਕੋਈ ਅਪੋਜ਼ਿਟ ਪਾਰਟੀ ਵਾਲੇ ਕੋਈ ਲੋਕ ਹੋਣੇ ਆ ਜਿਹੜੇ ਉਹਨਾਂ ਨੂੰ ਨੰਗੀਆਂ ਤਲਵਾਰਾਂ ਲੈ ਕੇ ਕਹਿੰਦੇ ਇੱਥੇ ਮਾਰਨ ਆਏ ਆ। ਤਾਂ ਐਮਰਜੈਂਸੀ ਮੈਡੀਕਲ ਆਫੀਸਰ ਔਨ ਡਿਊਟੀ ਸੀਗੇ, ਉਹਨਾਂ ਨੇ ਗੱਲ ਦੱਸੀ ਹੈ ਕਿ ਇੱਦਾਂ ਕਰਕੇ ਆਏ ਹਥਿਆਰਬੰਦ ਲੋਕ। ਤਾਂ ਫਿਰ ਕਿਉਂਕਿ ਲੇਡੀ ਸਟਾਫ ਔਨ ਡਿਊਟੀ ਸੀ ਤਾਂ ਉਹਨਾਂ ਦੀ ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਐਂਡ ਨੈਚੁਰਲੀ ਉਹਦੀ ਆਪਣੀ ਸੇਫਟੀ ਵੀ, ਕਿ ਪਿੱਛੇ ਇੱਕ ਹੋਰ ਰੂਮ ਹੈਗਾ ਵੀ, ਉਹ ਉਹਨਾਂ ਨੂੰ ਲੈ ਕੇ ਉੱਥੇ ਚਲਾ ਗਿਆ। ਸਾਡਾ ਮੈਡੀਕਲ ਆਫੀਸਰ ਉੱਥੇ ਚਲੇ ਗਏ ਉਹ, ਤੇ ਉਹਨਾਂ ਨੂੰ ਬਾਹਰ ਕੁਝ ਨਹੀਂ ਸੀ ਪਤਾ ਵੀ ਕੀ ਹੋ ਰਿਹਾ ਕੀ ਨਹੀਂ। ਤੇ ਉਹ ਜਿਹੜੇ ਬੰਦੇ ਸੀਗੇ ਹਮਲਾਵਰ, ਉਹ ਮਤਲਬ ਡਿਸਟਰਕਸ਼ਨ ਦੇ ਮੂਡ 'ਚ ਹੀ ਆਏ ਸੀਗੇ। ਹੁਣ ਜਿਹੜੇ ਬੰਦੇ ਨੂੰ ਉਹ ਮਾਰਨ ਆਏ ਸੀ, ਆਈ ਡੋਂਟ ਨੋ ਵੀ ਉਹ ਬੰਦਾ ਲੱਭਿਆ ਨਹੀਂ, ਬੈੱਡ ਤੇ ਵੀ ਵਾਸ਼ਰੂਮ 'ਚ ਸੀ ਜਾਂ ਕੀ ਸੀਗਾ। ਦੈਟ ਮੈਨ ਵਾਜ਼ ਸੇਫ। ਲੇਕਿਨ ਉਹ ਇੱਧਰ ਉੱਧਰ ਜਿਹੜੇ ਹਮਲਾਵਰ ਸੀਗੇ ਉਹ ਹਸਪੀਟਲ 'ਚ ਕਿਉਂਕਿ ਘੁੰਮ ਰਹੇ ਸਨ, ਉਹ ਬਲੱਡ ਬੈਂਕ 'ਚ ਵੜ ਗਏ ਇੱਕਦਮ, ਕਿਉਂਕਿ ਬਲੱਡ ਬੈਂਕ ਬਿਲਕੁਲ ਐਮਰਜੈਂਸੀ ਦੇ ਨਾਲ ਹੈ। ਤੇ ਉੱਥੇ ਸਾਡੇ ਇੱਕ NGO ਬੈਠੇ ਸੀਗੇ, ਤਾਂ ਉਹਨਾਂ ਬੰਦਿਆਂ ਨੇ ਇੰਨਾ ਕਿਹਾ ਵੀ ਨਹੀਂ ਨਹੀਂ ਆਹ ਨਹੀਂ ਹੈਗਾ ਜਿਹਨੂੰ ਅਸੀਂ ਮਾਰਨਾ। ਜੋ ਮੈਨੂੰ NGO ਵਾਲੇ ਬੰਦੇ ਨੇ ਦੱਸਿਆ ਕਿ ਦੇ ਕੇਮ ਐਂਡ ਦੇ ਗੇਵ ਦਿਸ ਸਟੇਟਮੈਂਟ ਕਿ ਇਹ ਉਹ ਬੰਦਾ ਨਹੀਂ ਹੈਗਾ ਜਿਹਨੂੰ ਮਾਰਨਾ, ਤੇ ਉਹਨੂੰ ਬਿਨਾਂ ਕੁਝ ਨੁਕਸਾਨ ਪਹੁੰਚਾਏ ਉੱਥੋਂ ਬਾਹਰ ਆ ਗਏ। ਲੇਕਿਨ ਬਲੱਡ ਬੈਂਕ ਦੇ ਦਰਵਾਜ਼ੇ ਦੇ ਸ਼ੀਸ਼ੇ ਤੋੜ ਗਏ। ਫਿਰ ਉਹਨਾਂ ਨੇ ਕਾਫੀ ਭੰਨ ਤੋੜ ਕੀਤੀ ਹੈ, ਕਾਫੀ ਨੁਕਸਾਨ ਕਰ ਦਿੱਤਾ ਹਸਪੀਟਲ ਦਾ। ਤੇ ਈਵਨ ਇੱਕ ਨਵਜਾਤ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ, ਜੋ ਕਿ ਰੱਬ ਦੀ ਦਇਆ ਨਾਲ ਬਚ ਗਿਆ। ਕਿ ਸ਼ੀਸ਼ਾ ਤੋੜਿਆ ਉਹਨਾਂ ਨੇ, ਉਹ ਸ਼ੀਸ਼ਾ ਉਛਲ ਕੇ ਉਸ ਬੱਚੇ ਦੇ ਉੱਪਰ ਆ ਕੇ ਗਿਰਦਾ, ਜੇ ਉਹ ਬੱਚੇ ਦੀ ਮਾਂ ਨੇ ਉਹਨੂੰ ਬਚਾ ਲਿਆ। ਸੋ ਮਤਲਬ ਇਹਦੇ ਵਿੱਚ ਕੋਈ ਹਸਪੀਟਲ ਵਾਲੀ ਗੱਲ ਹੀ ਨਹੀਂ ਲੱਗਦੀ ਹੈ ਜਦੋਂ ਇੱਦਾਂ ਦੇ ਹਾਦਸਾਤ ਇੱਥੇ ਹੋ ਜਾਂਦੇ ਆ। ਐਂਡ ਦਿਸ ਇਜ਼ ਨਾਟ ਫॉर द ਫਸਟ ਟਾਈਮ। ਮੈਂ ਕੰਪਲੇਂਟ ਦਿੱਤੀ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ। ਪੁਲਿਸ ਨੂੰ ਮੰਡੇ ਮਾਰਨਿੰਗ ਕੰਪਲੇਂਟ ਦਿੱਤੀ ਸੀ, ਤਾਂ ਹਾਲੇ ਤੱਕ ਉਹਦੇ ਬਾਰੇ ਕੁਝ ਨਹੀਂ ਹੋਇਆ। ਅੱਜ ਵੈਨਸਡੇ ਹੈ, ਟੁਡੇ ਆਈ ਟਾਕਡ ਟੂ SHO ਐਂਡ ਹੀ ਸੈਡ ਕਿ ਮੈਂ ਅੱਜ ਸ਼ਾਮ ਨੂੰ ਜਾਂ ਕੱਲ੍ਹ ਸਵੇਰੇ ਤੁਹਾਡੇ ਕੋਲ ਆ ਕੇ ਪਰਸਨਲੀ ਇਹਦੇ ਬਾਰੇ ਕੁਝ ਗੱਲ ਕਰਨਾ ਚਾਹਾਂਗਾ, ਕਿਉਂਕਿ ਮੈਂ ਇਹਨਾਂ ਘਟਨਾਵਾਂ ਤੋਂ ਬਹੁਤ ਜ਼ਿਆਦਾ ਡਿਸਹਾਰਟਨਡ ਆ। ਸਾਡੀ ਮਿਹਨਤ 'ਚ ਕੋਈ ਕਮੀ ਨਹੀਂ ਹੈ, ਲੇਕਿਨ ਇੱਦਾਂ ਦੀ ਸਿਕਿਉਰਿਟੀ ਤਾਂ ਸਾਨੂੰ ਦੇਣੀ ਬਣਦੀ ਹੈ, ਕਿਉਂਕਿ ਇਹ ਸਟਾਫ ਮੇਰੇ ਕੋਲ ਬਹੁਤ ਥੋੜ੍ਹਾ ਹੈ। ਤੁਸੀਂ ਮੈਨੂੰ ਹੁਣ ਵੀ ਦੇਖਿਆ ਹੋਣਾ ਕਿ SMO ਹੋਣ ਦੇ ਬਾਵਜੂਦ ਮੈਂ ਪੇਸ਼ੈਂਟਸ ਦੇਖ ਰਹੀ ਹਾਂ, ਕਿਉਂਕਿ ਮੇਰੇ ਕੋਲ ਡਾਕਟਰਸ ਨਹੀਂ ਹੈਗੇ ਇੱਥੇ, ਤੇ ਦਫ਼ਤਰੀ ਕੰਮ ਸਾਰੇ ਰਹਿ ਜਾਂਦੇ ਆ। ਅਸੀਂ ਕਿਹੜੇ ਹਾਲਾਤਾਂ 'ਚ ਕੰਮ ਕਰ ਰਹੇ ਹਾਂ ਮੈਨੂੰ ਪਤਾ ਹੈ। ਜੇ ਪੁਲਿਸ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰਦੀ ਤਾਂ ਪੁਲਿਸ ਨੇ ਜੇ ਸਿਕਿਉਰਿਟੀ ਸਾਨੂੰ ਨਾ ਦਿੱਤੀ ਤਾਂ ਮੇਰੇ ਡਾਕਟਰਸ ਐਂਡ ਸਾਰਾ ਸਟਾਫ ਇੰਨਾ ਫਰਸਟ੍ਰੇਟਿਡ ਹੈ ਕਿ ਵੀ ਵਿਲ ਸਿਟ ਔਨ ਧਰਨਾ। ਸਾਨੂੰ ਕਰਨਾ ਪੈਣਾ, ਸਾਡੀ ਗੱਲ ਉੱਪਰ ਤੱਕ ਪਹੁੰਚਣੀ ਚਾਹੀਦੀ ਹੈ, ਕੋਈ ਅੱਜ ਦੀ ਗੱਲ ਨਹੀਂ ਹੈ। ਚੋਰੀਆਂ ਐਂਡ ਹਮਲੇ ਉੱਪਰ ਆਫੀਸਰਸ ਨੂੰ ਵੀ ਕੀਤੀ, ਅਪਰ ਆਫੀਸਰਸ ਨੂੰ ਵੀ, ਜਿਹੜੀ ਪਰਸੋਂ ਸੁਬਾਹ ਆ ਕੇ ਚਿੱਠੀ ਲਿਖੀ ਸੀ ਉਹਦੀ ਕਾਪੀ ਟੂ SDM, ਕਾਪੀ ਟੂ DC, ਕਾਪੀ ਟੂ ਸਿਵਲ ਸਰਜਨ, ਕਾਪੀ ਟੂ DSP ਐਂਡ SSP ਰੂਰਲ। 4 ਦਿਨ ਹੋ ਗਏ ਤੁਹਾਡੇ ਇੱਥੇ ਇਹ ਐਪੀਸੋਡ ਹੋਏ, ਉਸ ਤੋਂ ਬਾਅਦ ਪੁਲਿਸ ਨੇ ਅਜੇ ਅੱਜ ਤੱਕ ਤੁਹਾਨੂੰ ਤੀਸਰਾ ਪੁੱਛਿਆ ਕਿ ਨਹੀਂ? ਨਹੀਂ ਜੀ, ਪੁਲਿਸ ਆਏ ਸੀਗੇ ਮੰਡੇ ਨੂੰ, ASI ਆਏ ਸੀਗੇ। ਉਹ ਕਹਿਣ ਆਏ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਪਰਚਾ ਦਾਇਰ ਕਰਾਂਗੇ। ਤਾਂ ਉਹਨਾਂ ਨੇ ਇਹਨਾਂ ਦੇ ਖਿਲਾਫ ਰਿਟਨ 'ਚ ਕੰਪਲੇਂਟ ਦਾਇਰ ਕੀਤੀ ਹੈ। ਤਾਂ ਲੇਕਿਨ ਉਹਨਾਂ ਨੇ ਸਾਡੇ ਜਿਹੜੇ ਉਸ ਦਿਨ ਦੇ MO ਔਨ ਡਿਊਟੀ ਸੀਗੇ ਉਹਨਾਂ ਨੂੰ ਵੀ ਬੁਲਾਇਆ ਸੀ ਬਿਆਨਾਂ ਵਾਸਤੇ, ਬਟ ਉਹ MO ਆਪਣੇ ਸ਼ਹਿਰ ਦੇ ਨਾ ਹੋਣ ਕਰਕੇ ਇੱਥੇ ਲੋਕਾਂ ਨੂੰ ਬਾਈ ਫੇਸ ਨਹੀਂ ਪਹਿਚਾਣਦੇ ਸੀ, ਇਸ ਕਰਕੇ ਉਹਨਾਂ ਨੇ ਬਾਈ ਨੇਮ ਕਿਸੇ ਦੀ ਕੰਪਲੇਂਟ ਨਹੀਂ ਦਿੱਤੀ, ਪਰ ਉਹ ਬਿਆਨ ਦੇ ਕੇ ਆਏ ਆ। ਤੁਸੀਂ ਆਪਣੇ ਹਸਪਤਾਲ ਦੇ ਡੈਮੇਜ ਬਾਰੇ ਕੀ ਕੁਝ ਦੱਸਿਆ ਉਹਨਾਂ ਨੂੰ? ਜੋ ਉਹਨਾਂ ਨੇ ਤੋੜੇ ਆ ਸ਼ੀਸ਼ੇ ਵਗੈਰਾ, ਸਾਡੇ ਵਾਰਡ ਦੇ ਤੋੜ ਗਏ, ਬਲੱਡ ਬੈਂਕ ਦੇ ਤੋੜ ਗਏ, ਐਮਰਜੈਂਸੀ ਦੇ ਤੋੜ ਗਏ। ਇਹ ਉਸ ਦਿਨ ਦਾ ਵਾਕਿਆ ਹੈ ਜਿਹੜੇ ਉਹਨਾਂ ਨੇ ਸ਼ੀਸ਼ੇ ਤੋੜੇ ਆ ਸਾਡੇ, ਠੀਕ ਹੈ। ਲੇਕਿਨ ਅਦਰਵਾਈਜ਼ ਨੁਕਸਾਨ ਜਿਹੜਾ ਮਤਲਬ ਇਫ ਯੂ ਆਰ ਟਾਕਿੰਗ ਅਬਾਊਟ ਓਨਲੀ ਦੈਟ ਐਪੀਸੋਡ ਤਾਂ ਇੰਨਾ ਨੁਕਸਾਨ ਹੋਇਆ। ਬਟ ਅਗਰ ਤੁਸੀਂ ਹਸਪੀਟਲ ਦੇ ਓਵਰਆਲ ਚੋਰੀਆਂ ਨਾਲ ਸੰਬੰਧਿਤ ਨੁਕਸਾਨਾਂ ਬਾਰੇ ਸੋਚੋ ਤਾਂ ਯੂ ਕੈਨ ਸੀ ਇਟ ਇਜ਼ ਮੋਰ ਦੈਨ 1 ਲੱਖ, ਯੂ ਕੈਨ ਸੇ 1 ਲੱਖ ਤੋਂ ਜ਼ਿਆਦਾ ਦਾ ਸਮਾਨ ਸਾਡਾ ਮਿਲਾ ਕੇ ਚੋਰੀ ਹੋ ਚੁੱਕਾ। 2 ਬੈਡ। ਬਾਬੂ ਤੁਹਾਡੇ ਕੋਲ ਸੂਚਨਾ ਹੈ ਕੀ ਹੋ ਰਿਹਾ ਵਿੱਚ? ਜਿਹੜੀ ਇਨਫੋਰਮੇਸ਼ਨ ਤੁਸੀਂ ਇਸ ਵੇਲੇ ਪ੍ਰੋਵਾਈਡ ਕਰਾ ਰਹੇ ਕਿ ਚੋਰੀ ਹੋਈ, ਇਸ ਸੰਬੰਧੀ ਕੋਈ ਲਿਖਤੀ ਦਰਖਾਸਤ ਸਿਵਲ ਹਸਪਤਾਲ ਵੱਲੋਂ ਰਿਸੀਵ ਨਹੀਂ ਹੋਈ ਹੈਗੀ ਆ। ਰਿਸੀਵ ਹੋਏਗੀ, ਪੜਤਾਲ ਕਰਕੇ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਸਰ ਇਸ ਤੋਂ ਪਹਿਲਾਂ ਕੱਲ ਪਰਸੋਂ ਐਤਵਾਰ ਨੂੰ ਵੀ ਉੱਥੇ ਜਿੱਦਾਂ 2 ਵਾਰੀ ਗੈਂਗਵਾਰ ਹੋਈ, ਇੱਕ ਵਾਰੀ ਇੱਥੇ ਹੋਈ, ਇੱਕ ਵਾਰੀ ਰਣਜੀਤਗੜ੍ਹ ਗੁਰਦੁਆਰੇ ਕੋਈ, ਉੱਥੇ ਕੀ ਕਾਰਵਾਈ ਹੋਈ? ਜਿਹੜੀ ਉਹ ਗੈਂਗਵਾਰ ਹੋਈ ਉਹ 'ਚ ਇੱਕ ਮੁਕੱਦਮਾ ਦਰਜ ਰਜਿਸਟਰ ਹੈ, 2 ਮੁਕੱਦਮੇ ਵਿੱਚ ਦਰਜ ਰਜਿਸਟਰ ਹੈ। ਉਹਦੇ ਵਿੱਚ ਬਾਈ ਨੇਮ FIR ਲੌਜ ਹੈ।
ਜਿਹੜੇ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਵੀ ਨੋਟ ਕਰਵਾਇਆ ਗਿਆ ਕਿ ਇਹ ਪਰਚਾ ਬਾਈ ਨੇਮ ਦਰਜ ਕਰਾਓ, ਬਟ ਉਹਨਾਂ ਨੇ ਅਨਨੋਨ ਬੰਦਿਆਂ ਤੇ ਪਰਚਾ ਦਰਜ ਕਰਾਇਆ, ਜਿਨ੍ਹਾਂ ਤੋਂ ਕੈਮਰਿਆਂ ਦੀ ਫੁਟੇਜ ਦੀ ਮੰਗ ਕੀਤੀ ਗਈ, ਜਿਨ੍ਹਾਂ ਕਿਹਾ ਜੀ ਸਾਡੇ ਕੈਮਰੇ ਬੰਦ ਪਏ ਆ। ਕੈਮਰੇ ਬੰਦ ਹੋਣ ਕਰਕੇ, ਉਹਨਾਂ ਦੀ ਅਣਗਹਿਲੀ ਹੋਣ ਕਰਕੇ ਸਾਡੇ ਤੋਂ ਇੱਕ ਮੇਜਰ ਇੰਸੀਡੈਂਟ ਦੀ ਜਿਹੜੀ ਸਪੌਟ ਸਾਡੇ ਕੋਲ ਨਹੀਂ ਹੋ ਸਕੀ। ਫਿਰ ਵੀ ਅਸੀਂ ਆਪਣੇ ਤੌਰ ਤੇ ਇੱਕ ਮੁਕੱਦਮਾ ਰਜਿਸਟਰ ਕੀਤਾ ਹੈ। ਸੈਕੰਡ ਅਟੈਕ ਜਦੋਂ ਰਾਤ ਨੂੰ ਰਣਜੀਤਗੜ੍ਹ ਗੁਰਦੁਆਰੇ ਕੋਲ ਵੀ ਹੋਇਆ ਇੱਕ ਗੱਡੀ ਦੇ ਉੱਪਰ, ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਉਹਦੇ ਚ ਐਫਆਈਆਰ ਲੌਜ ਹੈ। ਜਿਹੜੀ ਇਨਫੋਰਮੇਸ਼ਨ ਦੀ ਸਾਡੇ ਕੋਲ ਕੰਪਲੇਂਟ ਨਹੀਂ ਆਈ ਉਹਦੀ ਐਫਆਈਆਰ ਲੌਜ ਨਹੀਂ।